ਪੁਰਖ ਜਨਮ ਮਮ ਦੀਨ ਦਿਆਲਾ। ਤੇ ਰਾਏ ਬੁਲਾਰ ਨੇ ਦੱਸਿਆ, ਕਹਿਣ ਲੱਗਾ, ਇਹ ਦੀਨ ਦਿਆਲ ਮੇਰੇ ਸਤਿਗੁਰੂ ਜੀ, ਮੇਰਾ ਤੁਰਕਾਂ ਦੇ ਘਰ ਜਨਮ ਹੋਇਆ ਹੈ। ਆਰ ਭਲਾ ਬਿਰਦ ਮਮ ਸਿਤ ਬਾਲਾ। ਮੇਰੀ ਆਜੂ ਵਡੇਰੀ ਹੋ ਚੁੱਕੀ ਹੈ। ਆਖਣ ਲੱਗੇ ਆਜੂ ਜਿਹੜੀ ਹੈ ਨਾ ਮੇਰੀ ਵਡੇਰੀ ਹੋ ਚੁੱਕੀ ਹੈ, ਤੁਰਕਾਂ ਦੇ ਘਰ ਵਿੱਚ ਜਨਮ ਹੋਇਆ। ਮੇਰੀ ਜਿਹੜੀ ਚਮੜੀ ਹੈ ਨਾ, ਆਖਣ ਲੱਗੇ ਉਹ ਹੁਣ ਇੱਥੋਂ ਤੱਕ ਜਿਹੜੀ ਹੈ ਹਲਕੀ ਹੋ ਚੁੱਕੀ ਹੈ, ਬਜ਼ੁਰਗ ਅਵਸਥਾ ਹੋ ਗਈ, ਮੈਂ ਕਮਜ਼ੋਰ ਹੋ ਗਿਆ ਹਾਂ। ਚਰਮ ਸਥਲ ਮੈਂ ਨਿਰਬਲ ਹੋਇਓ। ਮੇਰਾ ਸਿਰ ਵੀ ਕੰਬਣ ਲੱਗ ਪਿਆ ਹੈ ਤੇ ਚਮੜੀ ਵੀ ਜਿਹੜੀ ਢਿੱਲੀ ਪੈ ਚੁੱਕੀ ਹੈ। ਮਮ ਬਨਤਾ ਮੇਰੇ ਸਤਨਾਤੀ। ਤੇ ਮੇਰੇ ਮਨ ਦਾ ਧਿਆਨ ਅਜੇ ਵੀ ਵਿਸ਼ਵ ਵਿਕਾਰਾਂ ਵਿੱਚ ਲੱਗਾ ਹੋਇਆ ਹੈ। ਮਮ ਸੋਦਰ ਇਹ ਮੇਰੇ ਗਿਆਤੀ। ਕਹਿਣ ਲੱਗੇ ਕਿ ਸਤਿਗੁਰੂ ਜੀ ਦੇ ਨਾਲ ਰਾਏ ਨੇ ਇੱਥੋਂ ਤੱਕ ਬੇਨਤੀਆਂ ਕੀਤੀਆਂ। ਇੱਥੇ ਆਖਣ ਲੱਗੇ ਨੇ ਕਿ ਮੇਰੀ ਇਸਤਰੀ, ਮੇਰੇ ਪੁੱਤਰ ਤੇ ਪੋਤਰੇ ਤੇ ਮੇਰੇ ਭਾਈ ਵੱਡੇ ਤੇ ਜਿਹੜੇ ਮੇਰੇ ਸ਼ਰੀਕ ਭਾਵ ਦੁਸ਼ਮਣ ਨੇ, ਇਹ ਜਾਣਨ ਵਾਲੇ ਨੇ ਸਾਰੇ ਇੱਥੋਂ ਤੱਕ ਸੰਬੰਧੀ ਜਿਹੜੇ ਮੇਰੇ ਨਜ਼ਦੀਕ ਰਹਿੰਦੇ ਨੇ। ਨਾਮ ਬੁਲਾਰ ਵਿਖੈ ਮਮ ਹੰਤਾ। ਉਹਨਾਂ ਦੇ ਮੈਨੂੰ ਬੁਲਾਉਣ ਵੇਲੇ ਮੈਨੂੰ ਇੰਝ ਲੱਗਦਾ ਹੈ, ਜਦੋਂ ਆਵਾਜ਼ ਦੇ ਕੇ ਬੁਲਾਉਂਦੇ ਨੇ ਨਾ, ਮੇਰੀ ਪਤਨੀ ਆਵਾਜ਼ ਦਿੰਦੀ, ਮੇਰੇ ਪੁੱਤਰ ਜਿਹੜੇ ਆਵਾਜ਼ ਦਿੰਦੇ, ਮੇਰੇ ਪੋਤਰੇ ਆਵਾਜ਼ ਦਿੰਦੇ, ਮੇਰੇ ਇੱਥੋਂ ਤੱਕ ਜਿਹੜੇ ਸਾਧ ਸੰਬੰਧੀ ਮੈਨੂੰ ਆਵਾਜ਼ ਦਿੰਦੇ, ਤੇ ਮੈਨੂੰ ਮੇਰੇ ਪਾਤਸ਼ਾਹ ਇਉਂ ਮਹਿਸੂਸ ਹੁੰਦਾ ਹੈ ਸਬੰਧਨ ਮੈਂ ਲਖੋ ਇਹ ਦੰਤਾ। ਮੈਂ ਪਾਪਾਂ ਰੂਪੀ ਹਉਮੈ ਜਿਹੜਾ ਉਹਦੇ ਵਿੱਚ ਜਿਹੜਾ ਗਰਸਿਆ ਪਿਆ ਹੈ, ਮੈਂ ਸਬੰਧਾਂ ਨੂੰ ਇਸ ਤਰ੍ਹਾਂ ਜਿਹੜਾ ਜਾਣਦਾ ਹਾਂ। ਹੇ ਭੂਪਤ ਇਹ ਤਿਨ ਕੇ ਧਰਮਾ। ਤੇ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੇ ਇਹ ਆਪਣੀ ਜੀਭਾ ਤੋਂ ਬਚਨ ਆਖਿਆ। ਕਹਿਣ ਲੱਗੇ, ਹੇ ਰਾਜਨ, ਦੇਖੋ ਰਾਏ ਬੁਲਾਰ ਨੂੰ ਵੀ ਬਚਨ ਕਹਿੰਦੇ ਨੇ, ਹੇ ਰਾਜਨ, ਇਹ ਜਾਣਨ ਵਾਲੇ ਸਾਰੇ ਦੇਖੋ ਇਸ ਸੰਸਾਰ ਵਿੱਚ ਲੋਕ ਜਨਮ ਲੈਂਦੇ ਨੇ ਕਿ ਪ੍ਰਮਾਤਮਾ ਹੈ, ਪਰ ਇੱਥੋਂ ਤੱਕ ਤੂੰ ਇੱਥੋਂ ਤੱਕ ਰਾਜਨ ਹੈ, ਸਾਡਾ ਇੱਥੋਂ ਤੱਕ ਪਿਆਰਾ ਹੈ, ਰਾਏ ਬੁਲਾਰ ਹੈ। ਇਸ ਸਰੀਰ ਦੇ ਧਰਮ ਕਰਮ ਜਿਹੜੇ ਇੱਥੋਂ ਤੱਕ ਸਾਰੇ ਹੀ ਹੁੰਦੇ ਹਨ। ਆਪ ਅਰੋਪੇ ਪਾਉਰ ਭਰਮਾ। ਤੁਹਾਡੇ ਦਿਲ ਨੂੰ ਇੱਥੋਂ ਤੱਕ ਭਰਮ ਜਿਹਾ ਪੈਦਾ ਹੋ ਗਿਆ ਹੈ, ਤੁਸੀਂ ਇੱਥੋਂ ਤੱਕ ਆਪ ਹੀ ਇੱਥੋਂ ਤੱਕ ਇਹ ਭਰਮ ਆਪਣੇ ਅੰਦਰ ਪੈਦਾ ਕੀਤੇ ਨੇ। ਜਨਮ ਮਰਨ ਦੁਖ ਤਿਨ ਕੇ ਮਾਹੀ। ਜਨਮ ਮਰਨ ਦਾ ਕਸ਼ਟ ਸਰੀਰ ਕਰਕੇ ਹੁੰਦਾ ਹੈ। ਬਾਲਕ ਤਰਨ ਬਿਰਧ ਤੂੰ ਨਾਹੀ। ਕਹਿਣ ਲੱਗੇ, ਬਚਪਨ ਜਵਾਨੀ ਬਿਰਧ ਅਵਸਥਾ ਬਾਰੇ ਸੋਚਦੇ ਤੁਸੀਂ ਹੋ, ਪਰ ਉਹ ਕੁਝ ਵੀ ਨਹੀਂ ਹੈ। ਖਾਕ ਬਾਦ ਆਤਸ਼ਾ ਅਬਨਬ। ਕਹਿਣ ਲੱਗੇ, ਮਿੱਟੀ, ਹਵਾ, ਪਾਣੀ, ਆਕਾਸ਼, ਅਗਨੀ, ਇਹ ਵਿਚਾਰਾਂ ਜਾਣੋ। ਪੰਚ ਭੂਤ ਇਹ ਜੜ ਜਾਣੋ ਸਭ। ਪੰਜੇ ਹੀ ਤੱਤਾਂ ਤੋਂ ਬੰਦੇ ਦਾ ਸਰੀਰ ਜਿਹੜਾ ਇਹ ਉਪਜ ਹੁੰਦਾ ਹੈ। ਤਿਨ ਕੀ ਦੇਰ ਚੀਜੜ ਸੋ। ਜਿਨ੍ਹਾਂ ਦੇ ਦੁਆਰਾ ਇਹ ਸਰੀਰ ਬਣਦਾ ਹੈ ਨਾ, ਉਹੀ ਹੀ ਮੂਲ ਹੁੰਦੇ ਹਨ। ਜਸ ਕਾਰਨ ਤਸ ਕਾਰਜ ਹੋ। ਕਹਿਣ ਲੱਗੇ, ਜੈਸਾ ਕਾਰਨ ਹੋਵੇ ਤੇ ਤੈਸਾ ਹੀ ਦੇਖੋ ਕਾਰਜ ਜਿਹੜਾ ਇਹ ਹੁੰਦਾ ਹੈ। ਤੋ ਸਦੀਵ ਚੇਤਨ ਸੁਖ ਸੰਗਾ। ਆਪ ਸਦਾ ਹੀ ਜੀਵ ਆਤਮਾ ਚੇਤਨ ਤੇ ਸੁੱਖਾਂ ਸਹਿਤ ਹੈ। ਜਨਮ ਮਰਨ ਤਹਿ ਰਹਿਤ ਅਪੰਗਾ। ਜੇ ਜਨਮ ਮਰਨ ਤੋਂ ਰਹਿਤ ਅਤੇ ਅਟੁੱਟ ਹੈ। ਨਾਮ ਰੂਪ ਪੁਨ ਵਰਨ ਬਹੀਨਾ। ਕਹਿਣ ਲੱਗੇ, ਨਾਮ ਰੂਪ ਤੇ ਰੰਗ ਜਾਤੀ ਵਰਨ ਤੋਂ ਰਹਿਤ ਹੈ। ਸਦਾ ਏਕ ਰਸ ਦੁਖ ਸਭ ਹੀਨਾ। ਤੇ ਹਮੇਸ਼ਾ ਨਿਰੰਤਰ ਇੱਕ ਰਸ ਦੇਖੋ ਪ੍ਰਮਾਤਮਾ ਨੂੰ ਹਿਰਦੇ ਦੇ ਵਿੱਚ ਜਿਹੜਾ ਇਹਨਾਂ ਜਾਣਨਾ ਸ਼ੁਰੂ ਕਰ ਦੇਵੋ। ਸੋ ਤਜ ਕਰ ਜਬ ਜਾਵਤ ਦੇਹੀ। ਹੁਣ ਆਖਣ ਲੱਗੇ ਨੇ, ਇਸ ਲਈ ਜਦੋਂ ਉਹ ਆਤਮਾ ਇਸ ਸਰੀਰ ਛੱਡ ਕੇ ਚਲੇ ਜਾਂਦੀ ਹੈ, ਘਰ ਤੇ ਕਾਢੈ ਵਹਿਰ ਸਨੇਹੀ। ਤਾਂ ਸਨੇਹੀ ਪਿਆਰ ਕਰਨ ਵਾਲੇ ਸੰਬੰਧੀ ਜਿਹੜੇ ਮਿੱਤਰ ਹੁੰਦੇ ਨੇ, ਇਸ ਸਰੀਰ ਨੂੰ ਘਰ ਚੋਂ ਬਾਹਰ ਕੱਢ ਦਿੰਦੇ ਨੇ, ਸ਼ਮਸ਼ਾਨ ਘਾਟ ਵਿੱਚ ਲੈ ਜਾਂਦੇ ਨੇ। ਜਿਸ ਬਹੀਨ ਤਨ ਮਿਰਤ ਅਪਵਿੱਤਰ। ਜਿਸ ਆਤਮਾ ਤੋਂ ਬਗੈਰ ਇਹ ਸਰੀਰ ਜਿਹੜਾ ਇਹ ਮੁਰਦਾ ਦੇਹੀ ਬਣ ਜਾਂਦੀ ਹੈ, ਸੋ ਤੂੰ ਲਖਿਆ ਪ੍ਰਥਕ ਪਵਿੱਤਰਾ। ਤੁਸੀਂ ਉਸ ਨੂੰ ਇਸ ਤੋਂ ਵੱਖਰਾ ਤੇ ਪਵਿੱਤਰ ਜਾਣਿਆ ਹੈ, ਮਨ ਦੇ ਵਿੱਚ ਇਹ ਵਿਚਾਰ ਸਮਝੀ ਹੈ। ਜਾਤ ਵਰਣ ਤੇ ਲਖ ਕਰ ਨਿਆਰੋ। ਕਹਿਣ ਲੱਗੇ, ਜਾਤ ਪਾਤ ਵਰਨਾ ਤੋਂ ਆਪਣੇ ਆਪ ਨੂੰ ਵੱਖ ਕਰਕੇ ਆਪਣੇ ਅਸਲ ਸਰੂਪ ਦੀ ਪਹਿਚਾਣ ਕਰ ਲਵੋ। ਨਿਜ ਸਰੂਪ ਕਰਿਐ ਨਿਰਧਾਰੋ। ਤੇ ਨਿਚਾ ਕਰਕੇ ਵੇਖੋ, ਇਹ ਮੋਹ ਮੁਹੱਬਤ ਮੇਰੇਪਣ ਦੀ ਦੁਨੀਆ ਜਿਹੜੀ ਸਿਰਜੀ ਹੋਈ ਹੈ, ਸਾਡੇ ਅੰਦਰ ਕੇਵਲ ਤਾਂ ਕੇਵਲ ਮੇਰਾਪਣ ਲੱਗਾ ਹੈ। ਅਰਪਨ ਜਹ ਜਹ ਮਮਤਾ ਥਾਪੀ। ਕਹਿਣ ਲੱਗੇ, ਦੁੱਖ ਮੈਂ ਸੰਗੀ ਹੋਵੈ ਨਾ ਕਦਾਪੀ। ਕਦੀ ਵੀ ਕੋਈ ਇੱਥੋਂ ਤੱਕ ਦੁੱਖ ਦੇ ਵੇਲੇ ਕਦੀ ਕੋਈ ਸਾਥ ਨਹੀਂ ਦਿੰਦਾ। ਕੇਵਲ ਤਾਂ ਕੇਵਲ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ
ਤਨ ਆਦਿਕ ਜੇ ਪਿਖੋ ਪਧਾਰਾ। ਤੇ ਧਨ ਆਦ ਪਦਾਰਥ ਜੋ ਵੀ ਦਿਖਾਈ ਸਾਨੂੰ ਅੱਖਾਂ ਸਾਹਮਣੇ ਨਜ਼ਰ ਆ ਰਹੇ ਨੇ, ਸਭ ਜੀਵਤ ਲੋ ਮੋਏ ਅਕਾਰਥ। ਇਹ ਸਭ ਜਿਉਂਦਿਆਂ ਹੀ ਹੁੰਦੇ ਨੇ। ਜਦੋਂ ਬੰਦਾ ਇੱਥੋਂ ਤੱਕ ਚੜ੍ਹਾਈ ਕਰ ਜਾਂਦਾ ਹੈ, ਬੰਦਾ ਸਰੀਰ ਤਿਆਗ ਦਿੰਦਾ ਹੈ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਵਿਅਰਥ ਹੋ ਜਾਂਦੀਆਂ ਨੇ। ਜੇ ਗਿਆਤੀ ਬਨਤਾ ਸੁਤ ਨਾਤੀ। ਪਤਨੀ ਪੁੱਤਰ ਪੋਤਰੇ ਆਦਿ ਇਹ ਸਾਰੇ ਹੀ ਦੇਖੋ ਜੋ ਸਾਕ ਸੰਬੰਧੀ ਤੇ ਸਕੇ ਹੁੰਦੇ ਹਨ। ਤਨ ਤਿਆਗ ਕੇ ਤੇ ਕੋ ਨਾ ਸੰਗਾਤੀ। ਇਹ ਤਨ ਤਿਆਗ ਦੇਣ ਤੋਂ ਮਗਰੋਂ ਇੱਥੋਂ ਤੱਕ ਕੋਈ ਸਾਥੀ ਨਹੀਂ ਗਾ ਬਣਦਾ। ਦੋਹਰਾ ਬਸਤਰ ਸਮਾਨ ਸਰੀਰ ਜੋ ਜੀਰਨ ਹਵੈ ਤਿਜ ਜਾਹੇ। ਕਹਿਣ ਲੱਗੇ ਕਿ ਜਦੋਂ ਇਹ ਸਰੀਰ ਉੱਤੇ ਬਸਤਰ ਅਸੀਂ ਪਾਉਣੇ ਆ ਨਾ, ਜਦੋਂ ਪੁਰਾਣਾ ਹੋ ਜਾਂਦਾ ਹੈ ਤਾਂ ਇਹ ਆਤਮਾ ਉਸ ਸਰੀਰ ਨੂੰ ਛੱਡ ਜਾਂਦੀ ਹੈ। ਦੇਖੋ ਜੀ, ਬੰਦਾ ਤਨ ਦੇ ਉੱਪਰ ਕਿਸੇ ਪ੍ਰਕਾਰ ਦਾ ਬਸਤਰ ਪਾਉਂਦਾ ਹੈ, ਆਖਦਾ ਇਹ ਬਸਤਰ ਜਿਹੜਾ ਇਹ ਪੁਰਾਣਾ ਹੋ ਚੁੱਕਿਆ ਹੈ, ਮੈਂ ਇਹ ਬਸਤਰ ਜਿਹੜਾ ਆਪਣੇ ਤਨ 'ਤੇ ਨਹੀਂ ਪਾਉਣਾ। ਤੇ ਬਸਤਰ ਉਹ ਕਦੀ ਵੀ ਪਾਵੇਗਾ ਨਹੀਂ। ਕਾਰਨ ਕੀ ਹੈ? ਉਹ ਆਖੇਗਾ ਇਹ ਪੁਰਾਣਾ ਹੋ ਗਿਆ, ਮੈਂ ਇੱਥੋਂ ਤੱਕ ਇਹਨੂੰ ਤਿਆਗ ਦੇਵਾਂ। ਇਸੇ ਤਰ੍ਹਾਂ ਮੇਰੇ ਪਾਤਸ਼ਾਹ ਜੀ ਰਾਏ ਬੁਲਾਰ ਨੂੰ ਕਹਿਣ ਲੱਗੇ, ਰਾਜਨ ਇਹ ਵੀ ਇੱਕ ਨਾ ਇੱਕ ਦਿਨ ਆਤਮਾ ਸਰੀਰ ਜਦੋਂ ਇੱਥੋਂ ਤੱਕ ਨਿਰਬਲ ਹੋ ਜਾਂਦਾ ਹੈ, ਬੁਢੇਪਾ ਆ ਜਾਂਦਾ ਹੈ, ਆਤਮਾ ਵੀ ਸਰੀਰ ਨੂੰ ਛੱਡ ਦਿੰਦੀ ਹੈ। ਜੋ ਕੋਈ ਸੁਨ ਤਨ ਮਾਨ ਵਸਾਰਿਓ ਰਾਈ। ਕਹਿਣ ਲੱਗੇ, ਹੇ ਰਾਜਨ, ਇਸ ਕਰਕੇ ਮਨ ਵਿੱਚ ਇਹ ਵਿਚਾਰ ਜਾਣੋ, ਜੋ ਆਤਮਾ ਹੈ ਇਹ ਵੱਖਰੀ ਹੈ ਸਰੀਰ ਦੇ ਨਾਲੋਂ। ਬੰਦਾ ਇੱਥੋਂ ਤੱਕ ਇਹ ਨਾ ਮਨ ਦੇ ਵਿੱਚ ਵਿਚਾਰ ਰੱਖੇ ਕਿ ਆਤਮਾ ਤੇ ਸਰੀਰ ਜਿਹੜਾ ਇੱਕੋ ਹੈ। ਕਹਿਣ ਲੱਗੇ, ਆਤਮਾ ਅਲੱਗ ਹੈ ਤੇ ਸਰੀਰ ਜਿਹੜਾ ਇਹ ਪੰਜ ਭੂਤਕ ਜਿਹੜਾ ਇਹ ਤੱਤਾਂ ਤੋਂ ਬਣਿਆ ਹੋਇਆ ਉਹ ਅਲੱਗ ਹੈ। ਸਰੀਰ ਹੀ ਇੱਥੋਂ ਤੱਕ ਅਕਸਰ ਉਹ ਸਾੜਿਆ ਜਾਂਦਾ ਹੈ, ਮੁਰਦੇ ਰੂਪ ਵਿੱਚ ਆ ਜਾਂਦਾ ਹੈ। ਆਤਮਾ ਸਰੀਰ ਨੂੰ ਛੱਡ ਜਾਂਦੀ ਹੈ। ਸੁਨ ਤਨ ਮਾਨ ਵਿਸਾਰਿਓ ਰਾਈ। ਕਹਿਣ ਲੱਗੇ, ਰਾਏ ਬੁਲਾਰ ਰਾਜੇ ਨੇ ਗੁਰੂ ਜੀ ਦੇ ਬਚਨ ਸੁਣ ਕੇ ਤਨ ਦਾ ਹੰਕਾਰ ਜਿਹੜਾ ਹੈ ਨਾ ਉਹ ਤਿਆਗ ਦਿੱਤਾ ਹੈ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਸਰੀਰ ਅਲੱਗ ਹੈ ਤੇ ਇੱਥੋਂ ਤੱਕ ਆਤਮਾ ਅਲੱਗ ਹੈ। ਸ਼੍ਰੀ ਗੁਰੂ ਸੋ ਪੁਨ ਗਿਰਾ ਅਲਾਈ। ਤੇ ਫਿਰ ਮੇਰੇ ਪਾਤਸ਼ਾਹ ਜੀ ਨੂੰ ਇਹ ਬੇਨਤੀ ਕਰਕੇ ਕਹਿਣ ਲੱਗਾ, ਰਾਏ ਬੁਲਾਰ ਤਨ ਮੈਂ ਨਹੀਂ ਬਤਾਈ ਸਾਚੀ। ਕਹਿਣ ਲੱਗੇ, ਮੇਰੇ ਪਾਤਸ਼ਾਹ ਜੀ ਇਹ ਤੁਸੀਂ ਗੱਲ ਜਿਹੜੀ ਠੀਕ ਨਹੀਂ ਦੱਸੀ ਕਿ ਸਰੀਰ ਹੀ ਮੈਂ ਇੱਥੋਂ ਤੱਕ ਨਹੀਂ ਹਾਂ। ਤੇ ਪਰ ਵਿਚਾਰ ਕਰਨ ਲੱਗੇ, ਇੰਦਰੀਏ ਮੈਂ ਹੰਤਾ ਰੁਚ ਰਾਜੀ। ਸੋ ਇੰਦਰੀਆਂ ਦੇ ਹੰਕਾਰ ਵਿੱਚ ਖੁਸ਼ੀਆਂ ਜਿਹੜੀਆਂ ਰਚੀਆਂ ਹੋਈਆਂ ਹਨ। ਜਹਾਂ ਤੇ ਮੈਂ ਦੇਖੋ ਮੈਂ ਸੁਨੇ ਹੋ। ਤੇ ਕਹਿਣ ਲੱਗਾ ਕਿ ਇੱਕ ਜਿਹੜੀ ਵਿਚਾਰ ਹੈ ਜਿਨ੍ਹਾਂ ਦੇ ਨਾਲ ਮੈਂ ਦੇਖਦਾ ਹਾਂ, ਮੈਂ ਸੁਣਦਾ ਹਾਂ, ਮੈਂ ਇੱਥੋਂ ਤੱਕ ਚੱਲਦਾ ਹਾਂ, ਮੈਂ ਚਲਿਓ ਹੈ ਗਇਓ ਬਖਨ ਕੋ, ਮੈਂ ਸੂੰਘੋ ਮੈਂ ਕਰੋ ਸਪਰਸਾ, ਲਿਓ ਸਾਧ ਅਸ ਹੰਤ ਤ੍ਰਿੰਸਾ। ਕਹਿਣ ਲੱਗੇ ਕਿ ਇਹ ਇੱਥੋਂ ਤੱਕ ਰਾਏ ਨੇ ਬੇਨਤੀਆਂ ਕੀਤੀਆਂ ਕਿ ਜਿਨ੍ਹਾਂ ਨਾਲ ਮੈਂ ਦੇਖਦਾ ਹੈ, ਮੈਂ ਸੁਣਦਾ ਹੈ, ਮੈਂ ਚੱਲਦਾ ਹੈ, ਮੈਂ ਇੱਥੋਂ ਤੱਕ ਕਿਸੇ ਚੀਜ਼ ਨੂੰ ਫੜਦਾ ਹੈ, ਮੈਂ ਜੀਭਾ ਤੋਂ ਕੁਝ ਕਹਿਣਾ ਹੈ, ਮੈਂ ਨੱਕ ਦੇ ਦੁਆਰਾ ਸੁੰਘਦਾ, ਇੱਥੋਂ ਤੱਕ ਮੈਂ ਹੱਥ ਦੇ ਨਾਲ ਕਿਸੇ ਨੂੰ ਛੂੰਹਦਾ ਹੈ, ਮੈਂ ਸਵਾਦ ਲੈਣਾ ਜੀਭਾ ਦੇ ਪ੍ਰਤੀ। ਸੋ ਇਹਨਾਂ ਇੰਦਰੀਆਂ ਕਰਕੇ ਹੀ ਮੈਂ ਇਸ ਤਰ੍ਹਾਂ ਜਿਹੜਾ ਹੰਕਾਰ ਹੰਤਾ ਧਾਰਨ ਜਿਹੜਾ ਆਪਣੇ ਅੰਦਰ ਕਰ ਬੈਠਾ ਹਾਂ। ਤਾਂ ਤੇ ਤਨ ਮੈਂ ਆਨਿਆ ਰਖੀਕਾ। ਕਹਿਣ ਲੱਗੇ, ਇਸੇ ਲਈ ਮੈਂ ਇੰਦਰੀਆਂ ਨੂੰ ਸਰੀਰ ਨਾਲੋਂ ਵੱਖਰਾ ਮੰਨ ਕੇ ਮੈਂ ਇਹਨਾਂ ਨੂੰ ਹੀ ਆਪਣਾ ਸੁੰਦਰ ਸਰੂਪ ਸਮਝਦਾ ਹਾਂ। ਸੋ ਸਰੂਪ ਮੈਂ ਮਾਨਿਓ ਨੀਕਾ। ਤਾਂ ਸਤਿਗੁਰੂ ਨੇ ਆਖਿਆ, ਰਾਏ ਬੁਲਾਰ ਜੀ, ਭੋ ਰਾਜਨ ਤੂੰ ਇੰਦਰ ਨਾਹੀ। ਤੇਰਾ ਅਸਲ ਸਰੂਪ ਇੰਦਰੀਆਂ ਕਰਕੇ ਵੀ ਨਹੀਂ ਹੈ। ਸੁਨੋ ਜੁਗਤ ਜਾ ਪਰ ਸੁਰਤ ਮਾਹੀ। ਕਹਿਣ ਲੱਗੇ, ਤੁਸੀਂ ਇਸ ਦਲੀਲ ਨੂੰ ਕੰਨ ਖੋਲ ਕੇ ਜਿਹੜਾ ਇਹਨਾਂ ਬੜੇ ਪਿਆਰ ਤੇ ਪ੍ਰੇਮ ਦੇ ਨਾਲ ਸਰਵਨ ਕਰੋ। ਜਿਉਂ ਤੇ ਖਾਨ ਕੇ ਹੱਥ ਨ ਮਾਹੀ। ਆਖਣ ਲੱਗੇ ਪਾਤਸ਼ਾਹ ਜੀ ਕਿ ਜਿਵੇਂ ਤਰਖਾਣ ਦੇ ਹੱਥ ਦੇ ਵਿੱਚ ਉਹਦਾ ਕੁਹਾੜਾ ਨਾ ਹੋਵੇ, ਬਿਨਾ ਕੁਠਾਰ ਕਿਰਤਵੈ ਨਾਹੀ। ਤੇ ਉਹ ਆਪਣੇ ਮਨ ਵਿੱਚ ਸਮਝੇ ਉਹਦੇ ਪਾਸ ਕੋਈ ਕੰਮ ਵੀ ਨਹੀਂ ਜਿਹੜਾ ਰਹਿ ਜਾਂਦਾ। ਤਿਉ ਸਾਧਨ ਹੈ ਇੰਦਰ ਬਿੰਦਰਾ। ਇਸੇ ਤਰ੍ਹਾਂ ਦੇਖੋ, ਕਹਿਣ ਲੱਗੇ ਕਿ ਸਾਰੀਆਂ ਜਿਹੜੀਆਂ ਇੰਦਰੀਆਂ ਨੇ ਨਾ, ਸਾਰੀਆਂ ਇੱਥੋਂ ਤੱਕ ਇੰਦਰੀਆਂ ਵੀ ਮਾਤਰ ਸਾਧਨ ਹੀ ਹਨ। ਇਨ ਤੇ ਆਤਮ ਪ੍ਰਤਖ ਆਨੰਦਾ। ਆਤਮਾ ਜੋ ਚੇਤਨ ਹੈ ਉਸ ਦਾ ਇਹਨਾਂ ਤੋਂ ਵੱਖਰੀ ਤੇ ਆਨੰਦਮਈ ਸਰੂਪ ਵਾਲੀ ਹੈ। ਨਾਨਾ ਇੰਦਰ ਤਾਮਤ ਨਾਨਾ। ਹੁਣ ਕਹਿਣ ਲੱਗੇ ਕਿ ਵੱਖ-ਵੱਖ ਇੰਦਰੀਆਂ ਦੇ ਵੱਖ-ਵੱਖ ਸੁਭਾਅ ਹੁੰਦੇ ਨੇ। ਪਾਤਸ਼ਾਹ ਜੀ ਆਖਣ ਲੱਗੇ ਕਿ ਵੱਖ-ਵੱਖ ਇੰਦਰੀਆਂ ਦੇ ਵੱਖ-ਵੱਖ ਜਿਹੜੇ ਸੁਭਾਅ ਹੁੰਦੇ ਹਨ। ਕੈਸੇ ਨਿਜ ਸਰੂਪ ਅਨੁਮਾਨਾ। ਤੇ ਇੱਥੋਂ ਤੱਕ ਆਖਣ ਲੱਗੇ ਇਹਨਾਂ ਤੋਂ ਆਪਣੇ ਸਰੂਪ ਦਾ
ਕਿਵੇਂ ਅਨੁਮਾਨ ਜਿਹੜਾ ਇਹ ਲਿਆ ਜਾ ਸਕਦਾ ਹੈ? ਸਦਾ ਏਕ ਤੂੰ ਚੇਤਨ ਨੀਕਾ। ਤੂੰ ਤਾਂ ਸਦਾ ਹੀ ਸੁਧ ਚੇਤਨ ਜੀਵ ਮਾਤਮਾ ਸਰੂਪ ਹੈ। ਜਹ ਬਿਨ ਜੜਾ ਹੈ ਬਿੰਦਰ ਰਖੀਕਾ। ਇਹ ਸਾਰੀਆਂ ਇੰਦਰੀਆਂ ਜਿਹੜੀਆਂ ਹੁੰਦੀਆਂ ਨੇ ਇਹ ਬਿਨਾਂ ਮੁੱਢ ਮੂਲ ਤੋਂ ਹੁੰਦੀਆਂ ਹਨ। ਅੰਧ ਮੂਕ ਗੂੰਗੇ ਪੁਨ ਜੇਈ। ਜੋ ਅੰਨੇ ਤੇ ਬੋਲੇ ਤੇ ਗੂੰਗੇ ਲੋਕ ਹੁੰਦੇ ਹਨ। ਜੀਵਤ ਜਗਤ ਰਹਿਤ ਹੈ ਤੇਹੀ। ਇਸ ਸੰਸਾਰ ਵਿੱਚ ਬਾਕੀਆਂ ਵਾਂਗ ਉਹ ਜਿਉਂਦੇ ਰਹਿੰਦੇ ਨੇ। ਇਨ ਤੇ ਆਤਮ ਲਖਿਆ ਨਿਹਾਰੋ। ਤੁਸੀਂ ਇਹਨਾਂ ਦੇ ਆਤਮ ਸਰੂਪ ਨੂੰ ਵੀ ਵੱਖਰਾ ਸਮਝੋ। ਇੰਦਰ ਤਨ ਕੇ ਜੋਨ ਆਧਾਰੋ। ਕਿਉਂਕਿ ਇਹਨਾਂ ਦੀਆਂ ਇੰਦਰੀਆਂ ਵੀ ਤਨ ਦੇ ਸਹਾਰੇ ਤੇ ਹੀ ਹੁੰਦੀਆਂ ਨੇ। ਨਿਜ ਤਤ ਕੋ ਰਖੀਕ ਗੁਣ ਗ੍ਰਾਹੀ। ਇੰਦਰੀਆਂ ਆਪਣੇ ਤੱਤਾਂ ਮੁਤਾਬਕ ਗੁਣ ਜਿਹੜਾ ਇਹ ਸਦਾ ਗ੍ਰਹਿਣ ਕਰਦੀਆਂ ਹਨ। ਨਭ ਕੋ ਸ਼ਬਦ ਸਰਵਣ ਗਹਿਤਾਹੀ। ਆਕਾਸ਼ ਦਾ ਗੁਣ ਹੈ ਸ਼ਬਦ, ਉਹਨੂੰ ਕੰਨ ਗ੍ਰਹਿਣ ਕਰਦੇ ਹਨ। ਤੁਚਾ ਬਾਹੂ ਕੇ ਇੰਦਰੇ ਜਾਣੇ। ਕਹਿਣ ਲੱਗੇ ਕਿ ਜਿਸਮ ਨੂੰ ਹਵਾ ਦੀ ਇੰਦਰੀ ਜਾਣੋ। ਤਹ ਕੋ ਬਸੈ ਸਪਰਸ ਪਛਾਨੇ। ਉਹਦਾ ਇੱਥੋਂ ਤੱਕ ਜਿਹੜਾ ਵਿਸ਼ਾ ਹੁੰਦਾ ਹੈ, ਸੈਂਟਰਲ ਆਈਡੀਆ ਹੁੰਦਾ ਹੈ, ਧੁਰਾ ਨਿਚੋੜ ਹੁੰਦਾ ਹੈ, ਉਹ ਛੂਹਣ ਨਾਲ ਹੀ ਸੰਬੰਧ ਹੈ। ਜੈ ਸਭਾਉ ਤਾਂ ਕੋ ਸੋ ਗਹੀ। ਜਿਹਾ ਜਿਹਾ ਕਿਸੇ ਦਾ ਸੁਭਾਅ ਹੁੰਦਾ ਹੈ, ਇੰਦਰੀਆਂ ਵੀ ਉਸੇ ਤਰ੍ਹਾਂ ਹੀ ਗ੍ਰਹਿਣ ਕਰਦੀਆਂ ਹਨ। ਬਾਦ ਅਹੰਤ ਤੂੰ ਕਿਉਂ ਅਲਹੀ। ਤੂੰ ਕਿਉਂ ਫਜ਼ੂਲ ਵਿੱਚ ਹਉਮੈ ਮੋਹ ਮਾਇਆ ਪਕੜੀ ਹੋਈ ਹੈ। ਚਖ ਅਗਨੀ ਕੀ ਗੁਣ ਤਹ ਰੂਪਾ। ਅੱਖਾਂ ਅੱਗ ਨੂੰ ਜਾਣਨ ਦੀਆਂ ਇੰਦਰੀਆਂ ਹਨ ਜੋ ਉਹਨਾਂ ਦਾ ਗੁਣ ਰੂਪ ਹੈ। ਸੋ ਤੈ ਗਹਿ ਸਮਝੀਐ ਭੂਪਾ। ਸਤਿਗੁਰੂ ਕਹਿਣ ਲੱਗੇ ਰਾਜਨ, ਰਾਏ ਬੁਲਾਰ ਨੂੰ ਆਖਦੇ ਨੇ, ਰਾਜਨ ਤੁਸੀਂ ਸਮਝੋ ਇਹ ਉਸ ਤਰ੍ਹਾਂ ਹੀ ਅੱਗ ਵਾਂਗ ਗ੍ਰਹਿਣ ਕਰਦੀਆਂ ਹਨ। ਜਲ ਕੀ ਜੀ ਸੋ ਸਰਗੁਣ ਤਾਹੀ। ਜਲ ਦੀ ਇੰਦਰੀ ਜੀਵ ਹੈ। ਕਹਿਣ ਲੱਗੇ ਜਿਹਦਾ ਗੁਣ ਰਸ ਸਵਾਦ ਨਾਲ ਸੰਬੰਧਿਤ ਹੈ। ਜਾਨੋ ਬਸੈ ਸਾਧ ਕੋ ਗ੍ਰਾਹੀ। ਉਸ ਦਾ ਵਿਸ਼ਾ ਜਿਹੜਾ ਹੈ ਸਵਾਦ ਨੂੰ ਇੱਥੋਂ ਤੱਕ ਜਿਹੜਾ ਚਸਣਾ ਹੁੰਦਾ ਹੈ। ਸ਼ਿਤ ਕੀ ਘਰਾਣ ਗੰਧ ਗੁਣ ਜਾਨ। ਕਹਿਣ ਲੱਗੇ ਪ੍ਰithvi ਨੂੰ ਜਾਣਨ ਦੀ ਇੰਦਰੀ ਜਿਹੜਾ ਇਹ ਨੱਕ ਹੈ। ਪ੍ਰithvi ਨੂੰ ਜਾਣਨ ਦੀ ਇੰਦਰੀ ਜਿਹੜਾ ਨੱਕ ਹੈ, ਜੇ ਗੰਧ ਤੇ ਸੁਗੰਧ ਨੂੰ ਪਛਾਣਨ ਦਾ ਗੁਣ ਰੱਖਦੀ ਹੈ। ਗਹੇ ਸੋ ਤਾਕੇ ਲਿਹੋ ਪਛਾਣ। ਕਹਿਣ ਲੱਗੇ ਜੇ ਸੁੰਘੇ ਨਾ ਤੇ ਇੱਥੋਂ ਤੱਕ ਖੁਸ਼ਬੂ ਵੀ ਜਾਣਦੀ ਹੈ, ਬਦਬੂ ਵੀ ਇਹ ਜਿਹੜਾ ਇਹ ਨੱਕ ਜਾਣ ਲੈਂਦਾ ਹੈ। ਅਸ ਇਨ ਸਹਿਜ ਸੁਭਾਏ ਵਿਚਾਰੋ। ਇਸ ਵਾਸਤੇ ਤੁਸੀਂ ਸਹਿਜ ਸੁਭਾਅ ਵਿਚਾਰ ਆਪਣੇ ਮਨ ਵਿੱਚ ਕਰੋ। ਆਪਨ ਅਹੰਤਾ ਕਿਉ ਤੁਮ ਧਾਰੋ। ਤੁਸੀਂ ਆਪਣੇ ਆਪ ਵਿੱਚ ਹਉਮੈ ਹੰਤਾ ਕਿਉਂ ਪਕੜ ਰੱਖੀ ਹੈ। ਸਭ ਰਖੀਕ ਲਖਿਆ ਦੁਖ ਕੂਪਾ। ਸਾਰੀਆਂ ਇਹ ਇੰਦਰੀਆਂ ਨੂੰ ਦੁੱਖ ਦੇ ਖੂਹ ਦੇ ਸਮਾਨ ਸਮਝੋ। ਤੋਰ ਸਰੂਪ ਆਨੰਦ ਅਨੂਪਾ। ਤੁਹਾਡਾ ਤਾਂ ਸਰੂਪ ਹੀ ਕਹਿਣ ਲੱਗੇ ਸੁੰਦਰ ਤੇ ਚੰਗੇ ਸੁਭਾਅ ਵਾਲਾ, ਸੁਸ਼ੀਲ ਆਨੰਦ ਵਾਲਾ ਹੈ। ਸੁਨ ਕੋ ਕਹੋ ਅਹਾਂ ਬੁਲਾਰ ਵਿਸਾਰੀ। ਕਹਿਣ ਲੱਗੇ ਰਾਏ ਬੁਲਾਰ ਨੇ ਸੁਣ ਕੇ ਇੰਦਰੀ ਦੀ ਹੰਤਾ ਵੀ ਵਿਸਾਰ ਦਿੱਤੀ ਹੈ। ਉਹਨ ਸ਼੍ਰੀ ਗੁਰੂ ਸੋ ਗਿਰਾ ਉਚਾਰੀ। ਉਹਨੇ ਦੇਖੋ ਫਿਰ ਗੁਰੂ ਜੀ ਨੂੰ ਇਹ ਬੇਨਤੀ ਕੀਤੀ ਹੈ। ਨੈ ਰਖੀਕ ਹੈ ਮੋਰ ਸਰੂਪਾ। ਕਹਿਣ ਲੱਗਾ ਕਿ ਸੋ ਮੇਰਾ ਸਰੂਪ ਇੰਦਰੀਆਂ ਕਰਕੇ ਨਹੀਂ ਹੈ। ਜਾਨੋ ਮੈਂ ਹੂੰ ਪ੍ਰਾਣ ਅਨੂਪਾ। ਤੇ ਇਸੇ ਕਰਕੇ ਸਮਝਾਂ ਮੇਰੇ ਸਰੂਪ ਦੀ ਸੁੰਦਰਤਾ ਇਤੋਂ ਤੱਕ ਬਹੁਤ ਹੀ ਵਧੀਆ ਮੇਰੇ ਮਾਲਕ ਨੇ ਬਖਸ਼ੀ ਹੈ। ਜਬ ਲੋ ਪ੍ਰਾਣ ਰਹਿ ਤਨ ਜੀਵਤ। ਜਿੰਨਾ ਚਿਰ ਸਰੀਰ ਪ੍ਰਾਣ ਦੇ ਵਿੱਚ ਇਤੋਂ ਤੱਕ ਰਹਿੰਦੇ ਹਨ, ਨਿਕ ਸਜਾਏ ਤਬ ਮਿਰਤ ਪੰਥੀਵਤ। ਉਹਨਾਂ ਚਿਰ ਹੀ ਇਸ ਸੰਸਾਰ ਦੇ ਵਿੱਚ ਬੰਦੇ ਦਾ ਸਰੀਰ ਚੱਲਦਾ ਹੈ। ਸਤਿਗੁਰੂ ਜੀ ਰਾਏ ਬੁਲਾਰ ਨੂੰ ਇਹ ਬੇਨਤੀਆਂ ਕਰਕੇ ਜਿਹੜਾ ਇਹ ਬਾਰ-ਬਾਰ ਪ੍ਰੇਮ ਦੇ ਸਦਕਾ ਸਮਝਾ ਰਹੇ ਨੇ। ਕਹਿਣ ਲੱਗੇ ਕਿ ਜਿੰਨਾ ਚਿਰ ਬੰਦੇ ਦੇ ਸਰੀਰ ਅੰਦਰ ਪ੍ਰਾਣ ਹੁੰਦੇ ਨੇ, ਉਹਨਾਂ ਚਿਰ ਹੀ ਬੰਦਾ ਇੱਥੋਂ ਤੱਕ ਇਸ ਸੰਸਾਰ ਦੇ ਵਿੱਚ ਚੱਲਦਾ ਹੈ। ਪਾਤਸ਼ਾਹ ਜੀ ਆਖਦੇ ਨੇ, ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਮਾਰੇ। ਕਿ ਇਹ ਜੀਵਨ ਦੀ ਜਿੰਨੀ ਵੀ ਵਾਂਗ ਡੋਰ ਇੱਥੋਂ ਤੱਕ ਪ੍ਰਮਾਤਮਾ ਦੇ ਹੱਥ ਦੇ ਵਿੱਚ ਹੈ। ਜਿੰਨੇ ਪ੍ਰਮਾਤਮਾ ਨੇ ਸਾਡੇ ਅੰਦਰ ਪ੍ਰਾਣ ਪੈਦਾ ਕੀਤੇ ਨੇ, ਵਾਹਿਗੁਰੂ ਨੇ ਇੱਥੋਂ ਤੱਕ ਸਵਾਸਾਂ ਦੀ ਪੂੰਜੀ ਸਾਨੂੰ ਬਖਸ਼ੀ, ਉਹਨਾਂ ਚਿਰ ਅਸੀਂ ਜ਼ਿੰਦਗੀ ਬਤੀਤ ਕਰਦੇ ਹਾਂ। ਜਿੰਨਾ ਚਿਰ ਵਾਹਿਗੁਰੂ ਪ੍ਰਮਾਤਮਾ ਨੇ ਸਾਡੇ ਅੰਦਰ ਜੋਤ ਜਗਾਉਣ ਵਾਲੀ ਵਿਧੀ ਪੈਦਾ ਕੀਤੀ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਤਿਗੁਰੂ ਜੀ ਆਖਣ ਲੱਗੇ ਜਿੰਨਾ ਚਿਰ ਬੰਦੇ ਦੇ ਅੰਦਰ ਜੋਤ ਜਿਹੜੀ ਵਾਹਿਗੁਰੂ ਪ੍ਰਮਾਤਮਾ ਦੀ ਦਿੱਤੀ ਹੋਈ ਜਗ ਰਹੀ ਹੈ, ਉਹਨਾਂ ਚਿਰ ਅਸੀਂ ਇਸ ਸੰਸਾਰ ਨੂੰ ਤੱਕਦੇ ਹਾਂ।
ਜਿੰਨਾ ਚਿਰ ਵਾਹਿਗੁਰੂ ਪ੍ਰਮਾਤਮਾ ਨੇ ਸਾਡੇ ਅੰਦਰ ਪ੍ਰਾਣ ਪਾਏ ਨੇ ਉਹਨਾਂ ਚਿਰ ਅਸੀਂ ਇਸ ਸੰਸਾਰ ਵਿੱਚ ਜ਼ਿੰਦਗੀ ਬਤੀਤ ਕਰਦੇ ਹਾਂ। ਪਰ ਪਾਤਸ਼ਾਹ ਜੀ ਨੇ ਇੱਕ ਸਾਨੂੰ ਇਹ ਵਡਿਆਈ ਬਖਸ਼ਿਸ਼ ਕੀਤੀ ਹੈ ਪ੍ਰਾਣਾਂ ਦੇ ਪ੍ਰਤੀ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹ ਬਚਨ ਪੜ੍ਹਦੇ ਹਾਂ ਕਿ ਇੱਕ ਸਾਹ ਬੰਦਾ ਲੈਂਦਾ ਹੈ, ਉਹ ਤੋਂ ਅੱਗੇ ਜਿਹੜਾ ਸਾਹ ਲੈ ਰਿਹਾ ਹੈ ਬੰਦੇ ਨੂੰ ਇੰਨੀ ਵਿਚਾਰ ਦੇ ਬਾਰੇ ਨਹੀਂ ਪਤਾ ਕਿ ਉਹ ਅਗਲਾ ਸਾਹ ਜਿਹੜਾ ਮੈਂ ਲੈਣਾ ਇੱਥੋਂ ਤੱਕ ਉਹ ਗੁਰੂ ਦੀ ਕਿਰਪਾ ਦੇ ਸਦਕਾ ਹੈ। ਜੇ ਇੱਥੋਂ ਤੱਕ ਮੇਰੇ 'ਤੇ ਕਿਰਪਾ ਹੈ, ਮੇਰੇ 'ਤੇ ਬਾਪੂ ਦੀ ਰਹਿਮਤ ਹੈ, ਮੈਂ ਇੱਥੋਂ ਤੱਕ ਜਿਹੜਾ ਜ਼ਿੰਦਗੀ ਬਤੀਤ ਕਰਦਾ ਪਿਆ ਹੈ। ਪਰ ਪਾਤਸ਼ਾਹ ਜੀ ਨੇ ਇੱਥੋਂ ਤੱਕ ਰਾਏ ਬੁਲਾਰ ਨੂੰ ਇਹ ਬਚਨ ਸਮਝਾਏ, ਕਹਿਣ ਲੱਗੇ ਜਬ ਲੋ ਪ੍ਰਾਣ ਰਹੇ ਤਨ ਜੀਵਤ। ਜਿੰਨਾ ਚਿਰ ਪ੍ਰਾਣ ਅੰਦਰ ਨੇ ਇੱਥੋਂ ਤੱਕ ਬੰਦੇ ਦਾ ਸਰੀਰ ਵੀ ਉਨਾ ਚਿਰ ਜੀਵਤ ਹੈ ਅਤੇ ਸਰੀਰ ਦੇ ਅਨੁਸਾਰ ਜਿਹੜਾ ਚੱਲਦਾ ਇੱਥੋਂ ਤੱਕ ਕਿਸੇ ਨੂੰ ਕੁਝ ਜਿਹੜਾ ਇਹ ਕਹਿੰਦਾ ਹੈ ਜੀਵਤ ਮਰਨਾ ਪ੍ਰਾਣ ਅਧੀਨਾ। ਕਹਿਣ ਲੱਗੇ ਜਦੋਂ ਬੰਦੇ ਦੇ ਅੰਦਰੋਂ ਪ੍ਰਾਣ ਨਿਕਲ ਜਾਂਦੇ ਨੇ ਉਸੇ ਵੇਲੇ ਬੰਦਾ ਇੱਥੋਂ ਤੱਕ ਮੁਰਦੇ ਰੂਪ ਨੂੰ ਧਾਰਨੀ ਹੋ ਜਾਂਦਾ ਹੈ। ਜਾਂ ਤੇ ਸੋ ਸਰੂਪ ਨਿਜ ਚੀਨਾ। ਸੋ ਜੀਵਨ ਮਰਨ ਪ੍ਰਾਣਾ ਤੇ ਹੀ ਆਧਾਰਿਤ ਹੁੰਦੇ ਹੈ। ਦੁੱਖ ਸੁੱਖ ਕੋ ਅਨੁਭਵ ਜਿਸ ਮਾਹੀ। ਕਹਿਣ ਲੱਗੇ ਇਸ ਲਈ ਮੈਂ ਆਪਣਾ ਸਰੂਪ ਪ੍ਰਾਣਾ ਕਰਕੇ ਪਛਾਣਿਆ। ਪਾਤਸ਼ਾਹ ਜੀ ਦੇ ਨਾਲ ਦੇਖੋ ਬੇਨਤੀਆਂ ਕਰ, ਮੈਂ ਵਾਹਿਗੁਰੂ ਬੇਨਤੀ ਕਰਾਂ ਨੁਕਰੋ ਆਵਾਜ਼ ਬੜੀ ਆ ਰਹੀ ਹੈ ਬੀਬੀਆਂ ਦੇ ਚਰਨਾਂ ਵਿੱਚ, ਥੋੜ੍ਹੀ ਸ਼ਾਂਤੀ ਬਖਸ਼ੀਏ। ਸਤਿਗੁਰੂ ਗੁਰੂ ਨੇ ਇੱਥੋਂ ਤੱਕ ਰਹਿਮਤ ਕੀਤੀ, ਕਹਿਣ ਲੱਗੇ ਕਿ ਰਾਏ ਬੁਲਾਰ ਨੂੰ ਇਹ ਜਿਹੜੀ ਸਾਰੀ ਸੇਧ ਦੇ ਰਹੇ ਨੇ। ਆਖਣ ਲੱਗੇ ਪਾਤਸ਼ਾਹ ਜੀ ਮੈਨੂੰ ਜਿਹੜੀ ਸਮਝ ਆ ਚੁੱਕੀ ਹੈ, ਦੁੱਖ ਸੁੱਖ ਕੋ ਅਨੁਭਵ ਜਿਸ ਮਾਹੀ। ਮੈਨੂੰ ਮੇਰੇ ਪਾਤਸ਼ਾਹ ਸਮਝ ਆ ਗਈ ਹੈ ਕਿ ਦੁੱਖਾਂ ਸੁੱਖਾਂ ਦਾ ਅਨੁਭਵ ਸਾਰਾ ਪ੍ਰਾਣਾ ਰਾਹੀਂ ਹੀ ਬੰਦੇ ਦੇ ਜ਼ਿੰਦਗੀ ਵਿੱਚ ਜਿਹੜਾ ਆਧਾਰਿਤ ਹੁੰਦਾ ਹੈ। ਤਨ ਰਖੀ ਕਿ ਜਹ ਬਿਨ ਥਿਰ ਨਾਹੀ। ਇਹ ਸਰੀਰ ਦੀਆਂ ਇੰਦਰੀਆਂ ਵੀ ਪ੍ਰਾਣ ਤੋਂ ਬਗੈਰ ਸਥਿਰ ਨਹੀਂ ਹਨ। ਖਾਓ ਅਸਨ ਮੈਂ ਪੀਵੋ ਪਾਨਾ। ਤੇ ਕਹਿਣ ਲੱਗੇ ਜੇ ਮੈਂ ਇੱਥੋਂ ਤੱਕ ਖਾਣਾ ਖਾਣਾ ਹੈ, ਪਾਣੀ ਪੀਂਦਾ ਹੈ, ਰਾਏ ਬੁਲਾਰ ਆਖ ਰਿਹਾ ਹੈ ਮੇਰੇ ਪਾਤਸ਼ਾਹ ਜੇ ਮੈਂ ਕੁਝ ਖਾਣਾ ਹੈ ਇੱਥੋਂ ਤੱਕ ਮੈਂ ਅੰਦਰ ਪਾਣੀ ਦੀ ਬੂੰਦ ਜਿਹੜਾ ਇਹ ਪੀਂਦਾ ਹਾਂ ਤੇ ਇਹਦੇ ਨਾਲ ਨਾਲ ਜਿਹੜਾ ਇਹ ਗੁਣ ਤੱਤ ਅੰਦਰ ਪੈਦਾ ਹੁੰਦਾ ਹੈ। ਤਾਂ ਤੇ ਮਮ ਸਰੂਪ ਹੈ ਪ੍ਰਾਣਾ। ਇਸ ਕਰਕੇ ਇਹ ਮੇਰੇ ਸਰੂਪ ਦੀ ਸੁੰਦਰਤਾ ਪ੍ਰਾਣਾ ਕਰਕੇ ਹੀ ਹੈ। ਫੇਰ ਜਾਨ ਜੇ ਪ੍ਰਾਣ ਅਨੂਪਾ। ਰਾਏ ਬੁਲਾਰ ਦੀ ਗੱਲ ਸੁਣ ਕੇ ਸਤਿਗੁਰੂ ਜੀ ਨੇ ਅੱਗੋਂ ਬਚਨ ਕੀਤਾ ਹੈ, ਸੋਪ ਨਹੀਂ ਹੈ ਤੋਰ ਸਰੂਪਾ। ਕਹਿਣ ਲੱਗੇ हे ਰਾਜਨ ਜੋ ਪ੍ਰਾਣਾ ਦੀ ਸੁੰਦਰਤਾ ਹੈ ਉਹ ਵੀ ਤੇਰਾ ਸਰੂਪ ਨਹੀਂ ਹੈ। ਜਾਗਰਤ ਸੁਪਨ ਸਪੋਖਤ ਮਾਹੀ। ਇਹ ਜੋ ਪ੍ਰਾਣ ਨੇ ਇਹ ਜਾਗਦਿਆਂ ਹੀ ਸੁਪਨ ਅਵਸਥਾ ਵਿੱਚ ਅਤੇ ਗੂੜੀ ਨੀਂਦ ਦੇ ਵਿੱਚ ਕਦੇ ਨਹੀਂ ਸਥਿਰ ਹੁੰਦੇ। ਇਨ ਸਮਾਨ ਨਹਿ ਤੇਰੀ ਰੀਤਾ। ਤੇਰੇ ਸਰੂਪ ਦੀ ਰੀਤ ਇਹਨਾਂ ਪ੍ਰਾਣਾਂ ਦੇ ਸਮਾਨ ਵੀ ਨਹੀਂ ਹੈ। ਇਨ ਤੇ ਆਪ ਲਖੋ ਵਿਪਰੀਤਾ। ਇਸ ਦੇ ਬਿਲਕੁਲ ਉਲਟ ਜਿਹੜੀ ਵਿਚਾਰ ਜਾਣੋ। ਜਾਗਰਤ ਸੁਪਨ ਭੋਗ ਸ਼ਰਮ ਪਾਵਾ। ਜੋ ਜਾਗਦੇ ਨੇ, ਜੋ ਸੌਂਦੇ ਨੇ, ਜੋ ਹੱਥੀਂ ਮਿਹਨਤ ਮਜ਼ਦੂਰੀ ਕਰਦੇ ਨੇ ਤੇ ਉਹ ਇੱਥੋਂ ਤੱਕ ਆਨੰਦ ਜਿਹੜਾ ਇਹ ਮਾਣਦੇ ਹਨ। ਬਹੁਰ ਸੁਖੋਪਤ ਮਹੇ ਸਿਧਾਵਾ। ਤੇ ਉਹ ਗੂੜੀ ਨੀਂਦ ਵਿੱਚ ਚਲੇ ਜਾਂਦੇ ਨੇ। ਹੁਣ ਜਿਹੜਾ ਬੰਦਾ, ਮੈਂ ਇੱਕ ਬੇਨਤੀ ਕਰਾਂ, ਜਿਹੜਾ ਬੰਦਾ ਇੱਥੋਂ ਤੱਕ ਫਰੀ ਰਹਿ ਕਰਕੇ ਵਿਹਲਾਪਣ ਜਿਹੜਾ ਇਹ ਰੱਖ ਕਰਕੇ ਪ੍ਰਸ਼ਾਦਾ ਪਾਣੀ ਛਕਦਾ ਹੈ, ਕੋਈ ਵੀ ਘਰ ਦੇ ਵਿੱਚ ਇੱਥੋਂ ਤੱਕ ਇੱਕ ਡੱਕੇ ਦਾ ਕੰਮ ਨਹੀਂ ਉਹਨੇ ਕਰਨਾ। ਪਰਿਵਾਰ ਦੇ ਮੈਂਬਰ ਕਹਿਣਗੇ ਕਿ ਕੰਮ ਕਰੋ ਪਰ ਉਹਨੇ ਨਹੀਂ ਕਰਨਾ। ਹੁਣ ਦੇਖੋ ਜੀ ਸਾਹਿਬ ਕਹਿੰਦੇ ਨੇ ਉਹਦੇ ਮਨ ਦੇ ਵਿੱਚ ਵਿਕਾਰ ਪੈਦਾ ਹੁੰਦੇ ਨੇ, ਉਹਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਚਿੰਤਾ ਅਦਾ ਹੁੰਦੀ ਹੈ, ਫਿਰ ਉਹਨੂੰ ਇੱਥੋਂ ਤੱਕ ਨੀਂਦ ਕਿੱਥੋਂ ਆ ਸਕਦੀ ਹੈ। ਜਿੰਨੇ ਬੰਦੇ ਨੇ ਦੁਪਹਿਰ ਦੇ ਸਮੇਂ ਆਪਣੀ ਨੀਂਦ ਪੂਰੀ ਕਰ ਲਈ, ਉਹਨੂੰ ਰਾਤ ਨੂੰ ਨੀਂਦ ਕਿੱਥੇ ਆ ਗਈ। ਜਾਗਰਤ ਸੁਪਨ ਭੋਗ ਸ਼ਰਮ ਪਾਵਾ ਬਹੁਰ ਸੁਖੋਪਤ ਮਾਹੀ ਸੁਧਾਰਾ। ਆਖਣ ਲੱਗੇ ਕਿ ਐਸੀ ਵਿਚਾਰ ਪਾਤਸ਼ਾਹ ਜੀ ਰਾਏ ਨੂੰ ਦੱਸ ਰਹੇ ਨੇ। ਜਿਸ ਬੰਦੇ ਨੇ ਕਹਿਣ ਲੱਗੇ ਦੁਪਹਿਰ ਦੇ ਵੇਲੇ ਨੀਂਦ ਪੂਰੀ ਕਰ ਲਈ ਤੇ ਉਹ ਰਾਤ ਨੂੰ ਕੀ ਸੌਵੇਗਾ। ਰਾਤ ਨੂੰ ਤਾਂ ਮੋਬਾਈਲ ਚਲਾਵੇਗਾ ਜੀ, ਬਸ ਨੈਟਵਰਕ ਰਾਹੀਂ ਆਪਣੀ ਜਿਹੜੀ ਨੀਂਦ ਅਦਾ ਕਰਦਾ ਜੀ, ਫਿਰ ਇੱਥੋਂ ਤੱਕ ਮੋਬਾਈਲ 'ਤੇ ਹੀ ਆਪਣਾ ਜਿਹੜੀ ਸਾਰੀ ਰਾਤ ਬਤੀਤ ਕਰ ਦਿੰਦਾ। ਹੁਣ ਜਿਹੜੇ ਪਾਤਸ਼ਾਹ ਕਹਿਣ ਲੱਗੇ ਕਿ ਕਿਰਤ ਕਰਦੇ ਨੇ, ਮਿਹਨਤ ਮਜ਼ਦੂਰੀ ਕਰਦੇ ਨੇ, ਨੀਂਦ ਉਹਨਾਂ ਨੂੰ ਰਾਤ ਨੂੰ ਬੜੀ ਸੌਖੀ ਆਉਂਦੀ। ਜਿਹੜੇ ਚਿੰਤਾ ਵਿੱਚ ਹੁੰਦੇ ਨੇ ਉਹਨਾਂ ਨੂੰ ਕੇਵਲ ਤਾਂ ਕੇਵਲ ਆਹੀ ਗੱਲ ਹੁੰਦੀ ਕਿ ਬਸ ਕੰਮ ਜਿਹੜਾ ਕੋਈ ਮਿਲੇ, ਕੰਮ ਕਰਨਾ ਨਹੀਂ, ਕੰਮ ਕੋਈ ਮਿਲੇ। ਅਤੇ ਜਿਹੜੇ ਕੰਮ ਕਰਦੇ ਨੇ, ਹੱਥੀਂ ਮਿਹਨਤ ਕਰਦੇ ਨੇ, ਉਹਨਾਂ ਨੂੰ ਸੁਭਾਅ ਹੁੰਦਾ ਹੈ ਕਿ ਅੰਮ੍ਰਿਤ ਵੇਲੇ ਜਿਹੜਾ ਸਵੇਰੇ ਫਿਰ ਜਾਗਣਾ ਹੈ।
ਜੋ ਗੁਰੂ ਦਾ ਸਿਧਾਂਤ ਹੈ ਲਾਗੂ ਕਰਕੇ ਕੰਮ ਕੀਤਾ ਕਰਨਾ ਹੈ, ਸ਼ਾਮ ਨੂੰ ਫਿਰ ਜਿਹੜਾ ਘਰ ਵਾਪਸ ਆਉਣਾ, ਨੀਂਦ ਆਪਣੀ ਫਿਰ ਪੂਰੀ ਕਰਨੀ। ਕਹਿਣ ਲੱਗੇ ਕਿ ਜਿਹੜੇ ਜਾਗਦੇ ਸੌਂਦੇ ਮਿਹਨਤ ਕਰਦੇ ਨੇ ਆਨੰਦ ਉਹੀ ਮਾਣਦੇ ਨੇ, ਗੂੜੀ ਨੀਂਦ ਦੇ ਵਿੱਚ ਚਲੇ ਜਾਂਦੇ ਨੇ। ਕਿਉਂਕਿ ਦੇਖੋ ਦਿਨੇ ਉਹਨਾਂ ਨੂੰ ਥਕਾਵਟ ਹੁੰਦੀ ਹੈ ਅਤੇ ਰਾਤ ਨੂੰ ਜਦੋਂ ਆਰਾਮ ਕਰਦੇ ਨੇ, ਰੈਸਟ ਕਰਦੇ ਨੇ, ਤੇ ਉਹਨਾਂ ਨੂੰ ਗੂੜੀ ਜਿਹੜੀ ਮੁਕੰਮਲ ਨੀਂਦ ਆਉਣੀ ਹੈ। ਘਨਾ ਆਨੰਦ ਕੇ ਬੀਚ ਸਮਾਵੈ, ਤੇ ਪ੍ਰਾਣ ਗਹਿਣੇ ਆਨੰਦ ਵਿੱਚ ਸਮਾ ਜਾਣ ਪਿੱਛੋਂ ਬਿਰਤੀ ਰਹਿਤ ਹੋ ਜਾਂਦੇ ਹਨ। ਬਿਰਤ ਬਹੀਨ ਨ ਆਵੈ ਜਾਵੈ, ਤੇ ਕਹਿਣ ਲੱਗੇ ਬਿਰਤੀ ਰਹਿਤ ਜਿਹੜੇ ਉਹ ਦੇਖੋ ਸਾਰੇ ਮਨੁੱਖ ਹੁੰਦੇ ਹਨ, ਜੋ ਹੈ ਸਦਾ ਅਚਲ ਅਨੂਪਾ, ਪਰ ਜੋ ਸਦਾ ਹੀ ਅਚਲ ਤੇ ਸੁੰਦਰ ਅਵਸਥਾ ਵਾਲਾ ਰੂਪ ਹੈ, ਸੋ ਉਰ ਲਖੀਐ ਆਪਨ ਸਰੂਪਾ। ਤੁਸੀਂ ਉਸ ਨੂੰ ਆਪਣਾ ਸਰੂਪ ਜਿਹੜਾ ਇਹ ਰਾਜਨ ਜਾਣ ਲਵੋ। ਤੈ ਜੋ ਭਖੈ ਪ੍ਰਾਨ ਬਹੀਨਾ, ਤੂੰ ਜੋ ਜਾਣਿਆ ਹੈ ਕਿ ਪ੍ਰਾਣਾ ਤੋਂ ਬਗੈਰ ਦੇਹੀ ਇੰਦਰੀਆਂ ਨੂੰ ਥਿਰ ਨਹੀਂ ਜਾਣਿਆ ਜਾਂਦਾ, ਜਾਂ ਕੇ ਉੱਤਰ ਸੁਨੋ ਉਮੰਗਾ, ਤੂੰ ਇਸ ਦਾ ਉੱਤਰ ਧੀਰਜ ਨਾਲ ਸੁਣ ਕੇ ਜੋ ਮਨੁੱਖੀ ਪ੍ਰਾਣ ਹੁੰਦੇ ਨੇ। ਅਹ ਜੀਵ ਕੋ ਪ੍ਰਾਣ ਤੁਰੰਗਾ, ਪਾਤਸ਼ਾਹ ਕਹਿਣ ਲੱਗੇ ਇਹ ਘੋੜੇ ਦੇ ਸਮਾਨ ਨੇ, ਭਾਵ ਸਥਿਰ ਨਹੀਂ ਰਹਿੰਦੇ। ਤਾਂ ਪਰ ਹਵੈ ਅਰੂਢ ਪਰ ਲੋਕਾ, ਉਹਨੂੰ ਦੇਖੋ ਉਹਦੇ ਤੇ ਘੋੜੇ ਦੀ ਗੱਲ ਕੀਤੀ ਹੈ ਪਾਤਸ਼ਾਹ ਜੀ ਨੇ ਕਿ ਉਹ ਸਥਿਰ ਨਹੀਂ ਨਾ ਰਹਿੰਦੇ, ਕਿ ਜਿਹੜੇ ਉੱਤਰ ਧੀਰਜ ਨਾਲ ਸੁਣ ਕੇ ਮਨੁੱਖੀ ਜਿਹੜੇ ਪ੍ਰਾਣ ਨੇ ਉਹ ਘੋੜੇ ਦੀ ਬਰੋਬਰੀ ਕਰਦੇ ਨੇ। ਉਹਦੇ ਤੇ ਸਵਾਰ ਹੋ ਕੇ ਬੰਦਾ ਜਦ ਪ੍ਰਲੋਕ ਚਲਾ ਜਾਂਦਾ ਹੈ, ਜਾਏ ਸੰਬੰਧੀ ਹੋਤ ਸਸ਼ੋਕਾ, ਤੇ ਬੰਦਾ ਇੱਥੋਂ ਤੱਕ ਫਿਰ ਦੇਖੋ ਜੀ ਪਿੱਛੇ ਕੀ ਹੁੰਦਾ ਹੈ, ਜਦੋਂ ਬੰਦਾ ਸਰੀਰ ਤਿਆਗ ਗਿਆ ਫਿਰ ਜਿਹੜਾ ਇਹ ਸੋਗ ਕਰਦੇ ਨੇ, ਆਪਣੇ ਅੰਦਰ ਰਿਸ਼ਤੇਦਾਰ ਗਮ ਪੈਦਾ ਕਰਦੇ ਨੇ ਕਿ ਇਹਨਾਂ ਨੂੰ ਹੁੰਦੀ ਘਰ ਵਿੱਚ ਜੀ ਮੁਰਦੇ ਰੂਪੀ ਵਿੱਚ ਪਿਆ ਹੈ ਅਤੇ ਇਹ ਸਰੀਰ ਨੂੰ ਤਿਆਗ ਕੇ ਚਲੇ ਗਏ। ਸੰਸਾਰ ਵਿੱਚ ਸਾਰਿਆਂ ਨੇ ਚਲੇ ਜਾਣਾ, ਕਿ ਸਰੀਰ ਨੂੰ ਤਿਆਗ ਕੇ ਚਲੇ ਗਏ ਗਮ, ਤੇ ਇੱਥੋਂ ਤੱਕ ਜਿਹੜਾ ਇਹ ਸੋਗ ਮਹਿਸੂਸ ਕਰਦੇ ਨੇ। ਪਾਤਸ਼ਾਹ ਕਹਿੰਦੇ ਰਾਜਨ ਇਸ ਤਰ੍ਹਾਂ ਦੀ ਵਿਚਾਰ ਹੁੰਦੀ ਹੈ, ਜਾਂ ਤੇ ਅਣਤ ਸਰੂਪ ਪਛਾਨੋ, ਤੇ ਆਖਣ ਲੱਗੇ ਆਪਣੇ ਅਸਲ ਸਰੂਪ ਦੀ ਪਹਿਚਾਨਣ ਦੀ ਕੋਸ਼ਿਸ਼ ਜਿਹੜੀ ਇਹਨਾਂ ਰਾਜਨ ਆਰੰਭ ਕਰ ਦੇਵੋ। ਤਹ ਜਾਣੇ ਸਭ ਸੰਕਟ ਹਨ, ਤੇ ਇੱਥੇ ਕਹਿਣ ਲੱਗੇ ਸਤਿਗੁਰੂ ਜੀ ਕਿ ਫਿਰ ਜਿਹੜੇ ਦੇਖੋ ਬੰਦੇ ਦੇ ਸਾਰੇ ਜਿਹੜੇ ਦੁੱਖ ਨੇ, ਬੰਦੇ ਦੇ ਜਿਹੜੇ ਸਾਰੇ ਸੰਕਟ ਨੇ, ਬੰਦੇ ਦੇ ਅੰਦਰ ਦੀਆਂ ਸਾਰੀਆਂ ਜਿਹੜੀਆਂ ਵਿਚਾਰਾਂ ਨੇ ਦੂਰ ਹੋ ਜਾਂਦੀਆਂ ਨੇ। ਸੁਨ ਕਰ ਰਾਏ ਸੋਰਨ ਅਸ ਬਚਨਾ, ਤੇ ਇਹ ਰਾਏ ਬੁਲਾਰ ਨੇ ਆਪਣੇ ਕੰਨਾਂ ਦੇ ਨਾਲ ਸਤਿਗੁਰੂ ਜੀ ਦੇ ਬਚਨ ਨੂੰ ਸੁਣਿਆ ਕਿ ਸਾਰੇ ਕਸ਼ਟ ਜਿਹੜੇ ਦੂਰ ਹੋ ਜਾਂਦੇ ਨੇ ਮੇਰੇ ਪਾਤਸ਼ਾਹ ਜੀ। ਤੇ ਕਹਿਣ ਲੱਗੇ ਮੈਂ ਤਾਂ ਇੱਥੋਂ ਤੱਕ ਬੇਨਤੀ ਕਰਦਾ ਹਾਂ, ਤਿਆਗੀ ਪ੍ਰਾਨਹੁ ਕੀ ਰਚਨਾ, ਮੇਰਾ ਸਰੂਪ ਪ੍ਰਾਣਾ ਕਰਕੇ ਨਹੀਂ ਹੈ। ਬੋਲਿਓ ਜਗਤ ਲਖਿਓ ਸਭ ਕਾਚਾ, ਮੈਂ ਇਸ ਗੱਲ ਦਾ ਤਿਆਗ ਕਰਕੇ ਜਿਹੜਾ ਜੀਭਾਂ ਤੋਂ ਬਚਨ ਬੋਲਿਆ ਹੈ, ਪ੍ਰਾਨ ਨਹੀਂ ਮੈਂ ਸਾਚ ਉਬਾਚਾ। ਕਹਿਣ ਲੱਗੇ ਕਿ ਮੈਂ ਇਹ ਸਾਰਾ ਸੰਸਾਰ ਝੂਠਾ ਸਮਝਦਾ, ਮੇਰਾ ਸਰੂਪ ਪ੍ਰਾਣ ਨਹੀਂ। ਤੁਸੀਂ ਜਿਹੜਾ ਇਹਨਾਂ ਵਿਚਾਰ ਮੇਰੇ ਪਾਤਸ਼ਾਹ ਮੈਨੂੰ ਸਮਝਾ ਰਹੇ ਸੀ, ਉਸ ਜਿੰਨੀਆਂ ਵੀ ਵਿਚਾਰਾਂ ਤੁਸੀਂ ਦੱਸੀਆਂ ਨੇ ਉਹ ਸੱਚ ਹੀ ਹਨ। ਮਨ ਸਰੂਪ ਮੈਂ ਆਪਣਾ ਜਾਣਾ, ਮੈਂ ਹੁਣ ਜਾਣ ਲਿਆ ਏ, ਮਨ ਨੂੰ ਹੀ ਆਪਣਾ ਸਰੂਪ ਜਿਹੜਾ ਇਹ ਪਹਿਚਾਨਿਆ ਹੈ, ਜਾਂ ਕੇ ਹੈ ਅਧੀਨ ਸਭ ਗਿਆਨਾ, ਜਿਸ ਦੇ ਅਧੀਨ ਜਿਹੜਾ ਸਾਰਾ ਗਿਆਨ ਹੁੰਦਾ ਹੈ। ਸਾਵਧਾਨ ਮਨ ਹੋਏ ਜੋ ਜੋਲੋ, ਜਿੰਨਾ ਚਿਰ ਇਹ ਮਨ ਸਾਵਧਾਨ ਨਹੀਂ ਹੁੰਦਾ ਤੇ ਉਹਨਾਂ ਚਿਰ ਇਹ ਜਿਹੜੀ ਵਿਚਾਰ ਬਣੀ ਹੈ, ਗਿਆਨ ਉਪਾਵੈ ਕੋਈ ਨ ਤੋਲੋ, ਤੇ ਗਿਆਨ ਕਿੱਥੋਂ ਮਨ ਵਿੱਚ ਆਵੇਗਾ ਜਿੰਨਾ ਚਿਰ ਉਪਾਅ ਹੀ ਨਹੀਂ ਮਨ ਦਾ ਹੋਵੇਗਾ। ਜੇ ਅਸੀਂ ਇੱਥੋਂ ਤੱਕ ਕਹੀਏ ਕਿ ਬੰਦਾ ਜਿਹੜਾ ਇਹ ਘਰ ਵਿੱਚ ਪ੍ਰਸ਼ਾਦਾ ਛਕ ਕਰਕੇ ਆਖੇ ਜੀ ਮੈਂ ਤਾਂ ਇੱਥੋਂ ਤੱਕ ਆਰਾਮ ਕਰਦਾ ਸੁੱਖ ਲੈ ਰਿਹਾ, ਸਭ ਕਹਿੰਦੇ ਨੇ ਜਿਤ ਖਾਧੇ ਤਨ ਪੀੜੀਏ, ਮਨ ਮੈਂ ਚਲੇ ਵਿਕਾਰ। ਵਿਕਾਰ ਕਿਸ ਤਰ੍ਹਾਂ ਦੇ ਬੰਦੇ ਇਸ ਤਰ੍ਹਾਂ ਦੇ ਨੇ, ਇੱਥੋਂ ਤੱਕ ਪ੍ਰਸ਼ਾਦਾ ਜਿਹੜਾ ਛਕ ਕੇ ਆਪਣੀ ਥਾਲੀ ਵੀ ਜਿਹੜੀ ਹੈ ਨਾ, ਜਿਸ ਥਾਲ ਦੇ ਵਿੱਚ ਪਰੋਸਿਆ ਹੋਇਆ ਪ੍ਰਸ਼ਾਦਾ ਛਕਿਆ, ਉਹ ਵੀ ਆਪਣੇ ਹੱਥਾਂ ਦੇ ਨਾਲ ਜਿੱਥੇ ਬਰਤਨ ਧੋਂਦੇ ਆ ਨਾ ਉੱਥੇ ਤੱਕ ਨਹੀਂ ਰੱਖ ਸਕਦੇ, ਉੱਥੋਂ ਤੱਕ ਪਹੁੰਚਾ ਨਹੀਂ ਸਕਦੇ, ਇੰਨੀ ਹਿੰਮਤ ਨਹੀਂ। ਸਭ ਕਹਿੰਦੇ ਨੇ ਜਿੱਤ ਖਾਧੇ ਤਨ ਪੀੜੀਏ, ਜਦੋਂ ਖਾਂਦੇ ਆ ਮਨ ਮੈਂ ਚਲੇ ਵਿਕਾਰ, ਫਿਰ ਬੰਦੇ ਦੇ ਮਨ 'ਚ ਵਿਕਾਰ ਆਉਂਦੇ ਨੇ, ਉਸੇ ਵੇਲੇ ਬੰਦਾ ਢੇਰੀ ਹੋ ਜਾਂਦਾ ਪ੍ਰਸ਼ਾਦੇ ਜ਼ਿਆਦਾ ਛਕ। ਆਖਦਾ ਹੈ ਕਿ ਹੁਣ ਇੱਥੋਂ ਤੱਕ ਮਾਤਾ ਮੈਨੂੰ ਉਠਾਈ ਨਾ, ਬੇਬੇ ਮੈਨੂੰ ਹਿਲਾਈ ਨਾ, ਪਿਤਾ ਮੈਨੂੰ ਕੋਈ ਕੰਮ ਨਾ ਦੱਸੀ, ਬਜ਼ੁਰਗ ਬਾਪੂ ਨੂੰ ਕਹੋ ਮੈਨੂੰ ਇੱਥੋਂ ਤੱਕ ਆਵਾਜ਼ ਨਾ ਦਿਓ, ਮੈਂ ਤਾਂ ਇੱਥੋਂ ਤੱਕ ਨੀਂਦ ਪੂਰੀ ਮੁਕੰਮਲ ਕਰਨ ਲੱਗਾ। ਮਨ ਜਿਹੜਾ ਸ਼ੈਤਾਨ ਦਾ ਘਰ ਬਣ ਜਾਂਦਾ, ਮਨ ਦੇ ਵਿੱਚ ਵੱਖਰੀਆਂ ਵੱਖਰੀਆਂ ਵਿਚਾਰਾਂ ਅਦਾ ਹੁੰਦੀਆਂ, ਮਨ ਦੇ ਵਿੱਚ ਇੱਥੋਂ ਤੱਕ ਤਕਲੀਫਾਂ ਦੁੱਖ ਜਿਹੜਾ ਮੁਸੀਬਤਾਂ ਅਦਾ ਹੁੰਦੀਆਂ। ਪਾਤਸ਼ਾਹ ਕਹਿੰਦੇ ਕਿ ਐਸੀਆਂ ਜਿਹੜੀਆਂ ਵਿਚਾਰਾਂ ਨੇ ਨਾ ਇੱਥੋਂ ਤੱਕ ਮਨ ਦੇ ਵਿੱਚ ਸਮਝਣੀਆਂ ਪੈਣੀਆਂ। ਸਾਵਧਾਨ ਮਨ ਹੋਏ
ਨਾ ਜੋਲੋ। ਇਹ ਮਨ ਨੂੰ ਇੱਥੋਂ ਤੱਕ ਸਾਵਧਾਨ ਕਰਾਂਗੇ ਜਿੰਨਾ ਚਿਰ ਇੱਥੋਂ ਤੱਕ, ਤੇ ਉਹਨਾਂ ਚਿਰ ਗਿਆਨ ਗ੍ਰਹਿਣ ਹੋਵੇਗਾ। ਜੇ ਇੱਥੋਂ ਤੱਕ ਸਾਵਧਾਨੀ ਨਾ ਹੋਇਆ ਤੇ ਗਿਆਨ ਜਿਹੜਾ ਇਹ ਮਨ ਵਿੱਚ ਕਿੱਥੋਂ ਆ ਕੇ ਵਸੇਗਾ। ਗਿਆਨ ਉਪਾਵੈ ਕੋਇ ਨ ਤੋਲੋ। ਤੇ ਕਹਿਣ ਲੱਗੇ ਹੁਣ ਦੇਖੋ ਐਸੀ ਜਿਹੜੀ ਵਿਚਾਰ ਹੈ ਨਾ, ਗਿਆਨ ਤੋਲਣ ਦੀ ਗੱਲ ਹੈ। ਜੇ ਮਨ ਇੱਥੋਂ ਤੱਕ ਗਿਆਨ ਜਿਹੜਾ ਪ੍ਰਾਪਤ ਨਹੀਂ ਕਰਦਾ ਤੇ ਗਿਆਨ ਕਿੱਥੋਂ ਆ ਕੇ ਗ੍ਰਹਿਣ ਹੋਵੇਗਾ। ਗਿਆਨ ਕੋਈ ਐਸੀ ਚੀਜ਼ ਨਹੀਂ ਇੱਥੋਂ ਤੱਕ ਕਿ ਬੰਦਾ ਇਹਨੂੰ ਪ੍ਰਾਪਤ ਨਾ ਕਰੇ ਤੇ ਗਿਆਨ ਮਗਰ ਹੋਵੇ। ਬੱਚਾ ਦੇਖੋ ਜੀ ਪੇਪਰ ਯਾਦ ਨਹੀਂ ਕਰਦਾ ਤੇ ਇੱਥੋਂ ਤੱਕ ਕਿਤਾਬ ਉਹਦੇ ਮਗਰ ਥੋੜ੍ਹੀ ਨਾ। ਜੇ ਬੱਚੇ ਨੂੰ ਕਿਤੇ ਨਾ ਕਿਤੇ ਕਿਤਾਬ ਸਾਹਮਣੇ ਨਾ ਰੱਖੀ ਤੇ ਉਹਦੀ ਜਿਹੜੀ ਕਿਤਾਬ ਵਿੱਚ ਲਿਖੀ ਹੋਈ ਵਿਸ਼ਾ ਵਿਚਾਰ ਪ੍ਰਸੰਗ ਅਧਿਆਏ ਟੌਪਿਕ ਜਿੰਨਾ ਵੀ ਕੁਝ ਇੱਥੋਂ ਤੱਕ ਸਬਜੈਕਟ ਹੈ ਮਾਈਂਡ ਵਿੱਚ ਕਿਵੇਂ ਪਵੇਗਾ, ਪੇਪਰ ਵਿੱਚ ਕੀ ਲਿਖੇਗਾ। ਆਸ ਉਹਨੇ ਫਿਰ ਨਕਲ ਤੇ ਰੱਖਣੀ ਹੈ। ਐਸੀ ਵਿਚਾਰ ਕਹਿਣ ਲੱਗੇ ਮੇਰੇ ਪਾਤਸ਼ਾਹ ਜੀ ਕਿ ਦੇਖੋ ਜਿੰਨਾ ਚਿਰ ਮਨ ਕੋਈ ਸਟਰਗਲ ਨਹੀਂ ਕਰਦਾ, ਮਨ ਇੱਥੋਂ ਤੱਕ ਮਿਹਨਤ ਨਹੀਂ ਕਰਦਾ, ਉਹਨਾਂ ਚਿਰ ਗਿਆਨ ਜਿਹੜਾ ਕਿੱਥੋਂ ਆ ਕੇ ਵਸੇਗਾ। ਮੈਂ ਸੰਕਲਪ ਕੀਓ ਅਸਭਾਂਤੀ। ਤੇ ਕਹਿਣ ਲੱਗੇ ਰਾਏ ਨੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਕਿ ਮੈਂ ਮੇਰੇ ਪਾਤਸ਼ਾਹ ਜੀ ਮਨ ਦੇ ਵਿੱਚ ਇੱਕ ਸੰਕਲਪ ਅਦਾ ਕੀਤਾ ਹੈ, ਜਾਂ ਤੇ ਜੀਤੋ ਸਕਲ ਅਰਾਤੀ, ਜਿਸ ਦੇ ਨਾਲ ਆਪਣੇ ਸਾਰੇ ਵੈਰੀਆਂ ਨੂੰ ਮੈਂ ਜਿੱਤ ਸਕਦਾ ਹਾਂ। ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਮਨ ਦੇ ਵਿੱਚ ਮੇਰੇ ਪਾਤਸ਼ਾਹ ਜੀ ਜਿਹੜੇ ਪੰਜ ਆ ਕੇ ਇੱਥੋਂ ਤੱਕ ਵਕਾਰ ਜਿਹੜੇ ਪੰਜ ਮਨ ਦੇ ਪੁੱਤਰ ਮੰਨੇ ਨੇ, ਇੱਥੋਂ ਤੱਕ ਇਹਨਾਂ ਨੇ ਘੇਰਾ ਪਾਇਆ, ਇਹਨਾਂ ਨੇ ਆਪਣਾ ਘਰ ਵਸੇਬਾ ਬਣਾਇਆ ਹੈ, ਟਿਕਾਣਾ ਜਿਹੜਾ ਬਣਾ ਕੇ ਵਸੇਬਾ ਕੀਤਾ ਇਹਨਾਂ ਨੂੰ ਦੂਰ ਕਰਨ ਲਈ ਇੱਥੋਂ ਤੱਕ ਮੇਰੇ ਪਾਤਸ਼ਾਹ ਤੇਰੀ ਕਿਰਪਾ ਦੀ ਲੋੜ ਹੈ। ਸਭ ਆਖਦੇ ਨੇ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹੰਗੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਜਦੋਂ ਗੁਰੂ ਦੀ ਕਿਰਪਾ ਹੋਵੇਗੀ ਨਾ ਉਦੋਂ ਸਾਡੇ ਮਨ ਦੇ ਵਿੱਚੋਂ ਇਹ ਪੰਜੇ ਵਿਕਾਰ ਜਿਹੜੇ ਦੂਰ ਹੋਣੇ ਨੇ। ਜਦੋਂ ਸਤਿਗੁਰੂ ਦੀ ਦਇਆ ਹੋਵੇਗੀ ਮਨ ਦੇ ਵਿੱਚੋਂ ਇਹ ਵਿਕਾਰ ਫਿਰ ਜਿਹੜੇ ਵੱਡੇ ਵੱਡੇ ਵੈਰੀ ਜਿਹੜਾ ਇਹ ਦੂਰ ਹੋਣਗੇ। ਮਨ ਕੋ ਧਰਮ ਸੰਕਲਪ ਉਠਾਵਤ। ਕਹਿਣ ਲੱਗੇ ਸੰਕਲਪ ਪੈਦਾ ਕਰਨਾ ਮਨ ਦਾ ਜਿਹੜਾ ਧਰਮ ਹੈ, ਸੋ ਸਭ ਆਪਨ ਮੈਂ ਲਖ ਪਾਵਤ। ਤੇ ਕਹਿਣ ਲੱਗਾ ਮੇਰੇ ਪਾਤਸ਼ਾਹ ਜੀ ਇਸ ਲਈ ਮੈਂ ਸਭ ਕੁਝ ਮਨ ਸਦਕਾ ਹੀ ਪਾਇਆ ਹੈ। ਤੇ ਮਨ ਦੇ ਵਿੱਚ ਜੇ ਚੰਗੇ ਗੁਣ ਪਾਵਾਂਗਾ ਤੇ ਤੇਰੇ ਘਰ ਦੀ ਵਡਿਆਈ ਮੈਨੂੰ ਪ੍ਰਾਪਤ ਹੋਵੇਗੀ। ਜੇ ਮੈਂ ਤੇਰੀ ਸ਼ੋਭਾ ਨੂੰ ਸਮਝ ਲਵਾਂਗਾ ਇੱਥੋਂ ਤੱਕ ਤੇਰਾ ਪਿਆਰ ਮੇਰੇ ਅੰਦਰ ਪੈਦਾ ਹੋਵੇਗਾ। ਤੇ ਜੇ ਇੱਥੋਂ ਤੱਕ ਪਿਆਰ ਪੈਦਾ ਹੋ ਗਿਆ ਤੇਰੇ ਨਾਲੋਂ ਵਿਛੋੜਾ ਜਿਹੜਾ ਮੇਰਾ ਪੈ ਗਿਆ ਮੈਨੂੰ ਕਿੰਨਾ ਦੁੱਖ ਹੋਵੇਗਾ। ਤਾਂ ਤੇ ਮਨ ਸਰੂਪ ਹੈ ਮੇਰੋ। ਇਸੇ ਕਰਕੇ ਮਨ ਹੀ ਮੇਰਾ ਅਸਲ ਸਰੂਪ ਹੈ। ਜਾਂ ਤੇ ਅਨੰਤ ਔਰ ਨ ਹੇਰੋ। ਜਿਸ ਕਰਕੇ ਮੈਂ ਕਿਸੇ ਹੋਰ ਪਾਸੇ ਨਹੀਂ ਤੱਕਦਾ। ਕੋ ਰਾਜਨ ਤੂੰ ਮਨ ਪੀ ਨਾਹੀ। ਤੇ ਸਤਿਗੁਰੂ ਜੀ ਨੇ ਅੱਗੋਂ ਦੱਸਿਆ ਕਹਿਣ ਲੱਗੇ ਰਾਜਨ ਤੂੰ ਮਨ ਵੀ ਨਹੀਂ ਹੈ, ਇਸ ਵਿੱਚ ਤਾਂ ਬਹੁਤ ਵਿਕਾਰ ਪੈਦਾ ਹੁੰਦੇ, ਤੂੰ ਮਨ ਵੀ ਨਹੀਂ ਗਾ। ਹੇਨ ਵਿਕਾਰ ਹੋਤ ਤਿਹ ਮਾਹੀ। ਹੁਣ ਹੈਰਾਨ ਹੋਇਆ ਰਾਏ ਬੁਲਾਰ ਕਿ ਮੇਰੇ ਪਾਤਸ਼ਾਹ ਕਹਿਣ ਲੱਗੇ ਕਿ ਮਨ ਵੀ ਨਹੀਂ ਆ। ਤੇ ਹੈਰਾਨ ਕਰ ਦੇਣ ਵਾਲੀ ਗੱਲ ਕੀਤੀ ਬਿਨਾਂ ਵਿਕਾਰ ਰੂਪ ਹੈ ਤੇਰੋ। ਕਹਿਣ ਲੱਗੇ ਤੇਰਾ ਸਰੂਪ ਤਾਂ ਵਿਸ਼ੇ ਵਿਕਾਰਾਂ ਤੋਂ ਰਹਿਤ ਹੈ। ਤਾਂ ਕੋ ਅਬਨੀ ਕੀ ਬਦਹੇਰੋ। ਤੂੰ ਇਸ ਲਈ ਹੁਣ ਬਹੁਤ ਹੀ ਸੁੰਦਰ ਵਿਧੀ ਨਾਲ ਜਾਣਨ ਦੀ ਕੋਸ਼ਿਸ਼ ਕਰ ਲੈ। ਜਹਨ ਇਸ ਮਨ ਕੋ ਉਪਜਾਵਾ। ਜਿਸ ਨੇ ਇਸ ਮਨ ਨੂੰ ਪੈਦਾ ਕੀਤਾ ਹੈ ਤੇਰਾ ਤਾਂ ਉਹੀ ਸਦਾ ਸੁੰਦਰ ਰਹਿਣ ਵਾਲਾ ਸਰੂਪ ਹੈ। ਉਪਜਨ ਬਿਨਸਨ ਮਹਿ ਤੂੰ ਨਾਹੀ। ਹੁਣ ਦੇਖੋ ਮੇਰੇ ਪਾਤਸ਼ਾਹ ਕਹਿਣ ਲੱਗੇ ਤੂੰ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਗਾ। ਕਾਰਨ ਕੀ ਹੈ? ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਮਨ ਜੁੜਿਆ ਹੈ ਜੀ ਰਾਏ ਬੁਲਾਰ ਦਾ। ਪਾਤਸ਼ਾਹ ਕਹਿਣ ਲੱਗੇ ਜਨਮ ਮਰਨ ਦੇ ਚੱਕਰਾਂ ਤੋਂ ਤੂੰ ਪਰੇ ਹੈ। ਤੇਰਾ ਪਾਰ ਉਤਾਰਾ ਜਿਹੜਾ ਹੈ ਤੇਰੀ ਜ਼ਿੰਦਗੀ ਦੇ ਤੇਰੇ ਜੀਵਨ ਦੇ ਗੁਣਾਂ ਦੇ ਕਰਕੇ ਹੀ ਹੋਇਆ ਹੈ।